ਘਰ ਘਰ ਰੁਜ਼ਗਾਰ ਸਿਰਫ ਕਾਂਗਰਸ ਪਾਰਟੀ ਦੇ ਵਿੱਚ ਆਪਣਿਆਂ ਦੇ ਵਾਸਤੇ ਹੀ ਹੈਗਾ ਜਾਂ ਫਿਰ ਲੋਕਾਂ ਵਾਸਤੇ ਵੀ? ਹੋਮ ਮਿਨਿਸਟਰ ਹੈ ਪੰਜਾਬ ਦੇ, ਉਹਨਾਂ ਦੇ ਜਵਾਈ ਨੂੰ ਤੁਸੀਂ ਐਡੀਸ਼ਨਲ ਐਡਵੋਕੇਟ ਜਨਰਲ ਬਣਾ ਰਹੇ ਹੋ ਤੇ ਇਹ ਕਿੰਨੀ ਮਾੜੀ ਗੱਲ ਹੋ ਸਕਦੀ ਹੈ। ਇਹਦਾ ਬਹੁਤ ਵੱਡਾ ਨੁਕਸਾਨ, ਜਿਹੜੇ 5 ਚੰਗੇ ਕੰਮ ਨੇ, ਇੱਕ ਕੰਮ ਨੇ ਉਹਨਾਂ ਨੂੰ ਓਵਰਸ਼ੈਡੋ ਕਰਨ ਦੀ ਗੱਲ ਹੋ ਗਈ। ਅਸੀਂ ਤਾਂ ਠੁਕਰਾਤਾ, ਸਾਰਾ ਕੁਝ ਤਿਆਗਤਾ, ਪਰ ਇੱਕ ਗੱਲ ਉਦੋਂ ਵੀ ਕਹੀ ਵੀ ਕੈਪਟਨ ਸਾਹਿਬ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਡੇ ਬੁੱਕਲ ਦੇ ਸੱਪ ਬੈਠੇ ਨੇ, ਇਹਨਾਂ ਦੇ ਬੇਟਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਚੇਅਰਮੈਨ ਲਾਇਆ, ਕੀ ਉਹ ਅਸਤੀਫਾ ਦੇਣਗੇ? ਕਹਿ ਰਹੇ ਨੇ ਕਿ ਕਾਬਲੀਅਤ ਦੇ ਹਿਸਾਬ ਦੇ ਨਾਲ ਇਹ ਨਿਯੁਕਤੀ ਹੋਈ ਹੈਗੀ ਹੈ। 500 ਕੇਸਾਂ ਦਾ ਉਹਨਾਂ ਦੇ ਕੋਲ ਤਜਰਬਾ ਹੈਗਾ, ਪ੍ਰੈਕਟਿਸ ਉਹਨਾਂ ਦੀ ਅੱਛੀ ਹੈਗੀ ਹੈ। ਇਸ ਕਰਕੇ ਕਹਿੰਦੇ ਏਜੀ ਦੀ ਰਿਕਮੈਂਡੇਸ਼ਨ ਸੀ, ਕਹਿੰਦੇ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ, ਏਜੀ ਦੀ ਰਿਕਮੈਂਡੇਸ਼ਨ ਕਰਕੇ ਕਹਿੰਦੇ ਨਿਯੁਕਤੀ ਹੋਈ। ਇਹ ਨਿਯੁਕਤੀ ਮੈਂ ਦੱਸਣਾ ਚਾਹਨਾ ਵੀ ਪਹਿਲੇ ਵੀ ਜਦੋਂ ਕੈਪਟਨ ਸਰਕਾਰ ਸੀ ਉਸ ਵਕਤ ਵੀ ਇਸ ਤਰੁਣਵੀਰ ਸਿੰਘ ਨੇ ਅਪਲਾਈ ਕੀਤਾ ਸੀ ਤੇ ਇਹ ਰਿਜੈਕਟ ਹੋ ਗਿਆ ਸੀ ਇਹਦਾ ਕੇਸ। ਉਦੋਂ ਫਿਰ ਕਿੱਥੇ ਕੇਸਿਸ ਕਿਉਂ ਨਾ ਆਏ? ਕਿਉਂਕਿ ਉਸ ਕ੍ਰਾਈਟੇਰੀਆ ਜੀ ਫਾਲ ਨਹੀਂ ਕਰਦੇ। ਇਹ ਤੇ ਸ਼ੁਕਰ ਕਰੋ ਵੀ ਏਜੀ ਸਾਹਿਬ ਅੱਜ ਰਿਜ਼ਾਈਨ ਕੀਤੇ, ਹੋ ਸਕਦੇ ਏਜੀ ਬਣਾ ਦਿੰਦੇ, ਇਹਨਾਂ ਦਾ ਵਾਸ ਚੱਲਦਾ ਤੇ ਐਡਵੋਕੇਟ ਜਨਰਲ ਬਣਾ ਦਿੰਦੇ। ਜਦੋਂ ਗੱਲ ਕਿਸੇ ਹੋਰ ਦੀ ਆਉਂਦੀ ਹੈਗੀ ਹੈ ਤਾਂ ਫਿਰ ਉਦੋਂ ਨੈਤਿਕਤਾ ਦੀ ਵੀ ਆ ਜਾਂਦੀ ਹੈਗੀ ਹੈ, ਉਦੋਂ ਮੋਰਲ ਵੈਲਿਊਜ਼ ਦੇ ਉੱਤੇ ਸਵਾਲ ਵੀ ਹੁੰਦੇ ਨੇ ਕੈਬਨਿਟ ਦੇ ਵਿੱਚ, ਉਦੋਂ ਲਾਮਬੰਦੀਆਂ ਵੀ ਹੋ ਜਾਂਦੀਆਂ ਨੇ, ਮੰਤਰੀ ਇਕੱਠੇ ਵੀ ਹੋ ਜਾਂਦੇ ਨੇ। ਅੱਜ ਕਿਉਂ ਨਹੀਂ ਕੋਈ ਮੰਤਰੀ ਫਿਰ ਇਸ ਦੇ ਖਿਲਾਫ ਬੋਲਦਾ ਹੋਇਆ ਨਜ਼ਰ ਆ ਰਿਹਾ, ਬਲਕਿ ਹੱਕ ਦੇ ਵਿੱਚ ਆ ਰਹੇ ਨੇ? ਸੰਗਤ ਸਿੰਘ ਗਿਲਜੀਆਂ ਕਹਿ ਰਹੇ ਨੇ ਕਿ ਜੇਕਰ ਕਿਸੇ ਦੀ ਕਾਬਲੀਅਤ ਹੈਗੀ ਹੈ, ਕੋਈ ਪੜ੍ਹਿਆ ਲਿਖਿਆ ਹੈਗਾ, ਤਾਂ ਉਹਨੂੰ ਅਹੁਦਾ ਮਿਲ ਗਿਆ ਤਾਂ ਚੰਗੀ ਗੱਲ। ਮੈਨੂੰ ਅਫਸੋਸ ਹੈ ਵੀ ਜੇਕਰ ਕੋਈ ਮਿਨਿਸਟਰ ਜਾਂ ਆਪਣੇ ਕੁਲੀਗਸ ਇਸ ਬਾਰੇ ਇਸ ਨੂੰ ਠੀਕ ਕਹਿ ਰਹੇ ਨੇ ਤਾਂ ਫਿਰ ਮੈਂ ਸਮਝਦਾ ਵੀ ਉਹ ਉਹਨਾਂ ਦੀ ਨੀਅਤ 'ਚ ਖੋਟ ਹੈ, ਕੋਈ ਇਹੋ ਜਿਹੀ ਕੋਈ ਗੱਲ ਠੀਕ ਨਹੀਂ ਮੈਨੂੰ ਲੱਗਦੀ। ਬਲਕਿ ਰਿਹਾ ਵੈਸੇ ਗੁਰਦਾਸਪੁਰ ਦੇ ਵਿੱਚ ਤਸਵੀਰ ਅੱਜ ਵੀ ਇੱਕ ਝਟਕਾ ਆਪਾਂ ਕਹਿ ਸਕਦੇ ਹਾਂ ਕਾਂਗਰਸ ਨੂੰ ਲੱਗਿਆ। ਰਮਨ ਬਹਿਲ ਉਹਨਾਂ ਨੇ ਅਸਤੀਫਾ ਐਸਐਸ ਬੋਰਡ ਦੇ ਚੇਅਰਮੈਨ ਵਜੋਂ ਦਿੱਤਾ। ਹਾਲਾਂਕਿ ਉਹ ਵੀ ਪਰੇਸ਼ਾਨ ਤਾਂ ਸੀਗੇ ਹੀ, ਕਿਉਂਕਿ ਮਾਝਾ ਐਕਸਪ੍ਰੈਸ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਟਿਕਟ ਪਾੜਾ ਉਹਨਾਂ ਨੂੰ ਦਵਾ ਦਿੱਤੀ ਸੀ ਔਰ ਉਸ ਤੋਂ ਬਾਅਦ ਉਹ ਵੀ ਨਾਰਾਜ਼ ਚੱਲ ਰਹੇ ਸੀਗੇ। ਕੈਪਟਨ ਉਹਨਾਂ ਨੇ ਜ਼ਰੂਰ ਐਡਜਸਟ ਕੀਤਾ, ਹੁਣ ਕੈਪਟਨ ਚਲੇ ਗਏ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਇਹੋ ਚੀਜ਼ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਸ਼ਨੀ ਸੇਖੜੀ ਨਾਲ ਹੁਣ ਕਰ ਰਿਹਾ। ਥ੍ਰੈਟ ਪਰਸੈਪਸ਼ਨ ਹੈਗੀ ਹੈ ਮੈਂ ਤੇ ਥ੍ਰੈਟ ਉਹਨਾਂ ਨੂੰ ਹੈ ਹੀ ਹੈ। ਕੈਨੇਡਾ ਵਿੱਚ ਇਹ ਆਰਗੇਨਾਈਜੇਸ਼ਨ ਬੈਨ ਹੈ, ਸਿੱਖ ਫॉर ਜਸਟਿਸ ਦੇ, ਉਹ ਆਰਗੇਨਾਈਜੇਸ਼ਨ ਦਾ ਜਿਹੜਾ ਇਹ ਚੇਅਰਮੈਨ ਬਣਾ ਰਿਹਾ ਉਹਨਾਂ ਨੂੰ। ਕਿਉਂ ਨਾ ਲੋਕ ਕਿਉਂ ਨਾ ਅਸ਼ਵਨੀ ਸੇਖੜੀ ਕਹੇਗਾ ਉਹਦੀ ਜਾਨ ਨੂੰ ਖਤਰਾ ਹੈ। ਮਾਝਾ ਐਕਸਪ੍ਰੈਸ ਕਰਨਾ ਕੀ ਚਾਹੁੰਦੀ ਹੈਗੀ ਹੈ, ਇਹ ਅਜੇ ਤੱਕ ਤਸਵੀਰ ਸਾਫ਼ ਨਹੀਂ ਹੋਈ ਹੈਗੀ। ਉਹੀ ਮਾਝਾ ਐਕਸਪ੍ਰੈਸ ਹੈਗੀ ਹੈ ਜਿਨ੍ਹਾਂ ਨੇ ਕੈਪਟਨ ਨੂੰ ਲਾਇਆ ਸੀਗਾ, ਔਰ ਉਹੀ ਮਾਝਾ ਐਕਸਪ੍ਰੈਸ ਹੈ ਜਿਨ੍ਹਾਂ ਨੇ ਕੈਪਟਨ ਨੂੰ ਉਤਾਰ ਵੀ ਦਿੱਤਾ। ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਲਗਾਇਆ ਔਰ ਹੁਣ ਨਵਜੋਤ ਸਿੰਘ ਸਿੱਧੂ ਨਾਲ ਵੀ ਦੂਰੀਆਂ ਨਜ਼ਰ ਆ ਰਹੀਆਂ ਨੇ। ਸਿੱਧੂ ਨਾਲ ਦੂਰੀਆਂ ਦਾ ਕੀ ਕਾਰਨ ਹੈਗਾ? ਵੀ ਜਿਸ ਦਾ ਕਿਰਦਾਰ ਉਹੋ ਜਿਹਾ ਹੋਵੇ, ਲੋਕ ਉਹਨਾਂ ਨੂੰ ਸਬਕ ਸਿਖਾਉਣਗੇ। ਤੁਸੀਂ ਕਿਸੇ ਨੂੰ ਐਕਸਪ੍ਰੈਸ ਨੇ ਕਿਸੇ ਨੂੰ ਤੇ ਡੀਰੇਲ ਕਰਤਾ, ਇਹਨਾਂ ਡੀਰੇਲ ਆਪ ਵੀ ਹੋਣਾ। ਮੈਂ ਤੁਹਾਨੂੰ ਇਹ ਵਾਅਦੇ ਨਾਲ ਕਹਿ ਸਕਦਾ, ਲੋਕ ਜਿਹੜੇ ਨੇ ਨਾ ਇਹ ਵਾਚਦੇ ਹਰ ਚੀਜ਼ ਨੂੰ। ਜਿਹੜਾ ਬੰਦਾ 4.25 ਸਾਲ ਸਾਰਾ ਕੁਝ ਚੂਸ ਕੇ, ਸਾਰੇ ਫਾਇਦੇ ਲੈ ਕੇ ਤੇ ਕਿਸੇ ਦੀ ਪਿੱਠ 'ਚ ਛੁਰਾ ਮਾਰਦਾ ਹੈ, ਤੇ ਦੂਜਾ ਫਿਰ ਜਿਹੜਾ ਜੋ ਆਉਂਦਾ ਉਹਨੂੰ ਜਿਹੜਾ ਚੇਂਜ ਲੈ ਕੇ ਉਹਨੂੰ ਵੀ ਪਿੱਠ 'ਚ ਮਾਰਦਾ, ਤੇ ਫਿਰ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਵੀ ਉਹ ਹੈ ਕਿਹਦੇ ਨੇ। 22 ਦੀਆਂ ਚੋਣਾਂ ਦੇ ਵਿੱਚ ਮਹਿਜ ਕੁਝ ਹੀ ਸਮਾਂ ਬਾਕੀ ਹੈ ਔਰ ਉਸ ਤੋਂ ਪਹਿਲਾਂ ਵੱਖੋ-ਵੱਖ ਤਰੀਕੇ ਦੀ ਸਿਆਸਤ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜੇਕਰ ਗੱਲ ਕਰੀਏ ਕਾਂਗਰਸ ਸਰਕਾਰ ਦੀ, ਤਾਂ ਸਾਲ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਵਾਅਦਾ ਲੋਕਾਂ ਨਾਲ ਕਰਵਾਇਆ ਗਿਆ ਸੀ ਕਿ ਘਰ-ਘਰ ਰੁਜ਼ਗਾਰ ਦਿੱਤਾ ਜਾਊਗਾ, ਲੋਕਾਂ ਨੂੰ ਰੁਜ਼ਗਾਰ ਮਿਲੂਗਾ ਔਰ ਜੇਕਰ ਰੁਜ਼ਗਾਰ ਨਹੀਂ ਮਿਲੇਗਾ ਤਾਂ ਉਹਨਾਂ ਚਿਰ ਰੁਜ਼ਗਾਰ ਭੱਤਾ ਦਿੱਤਾ ਜਾਊਗਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਹਿ ਕੇ ਗਏ ਨੇ ਕਿ 93% ਵਾਅਦੇ ਪੂਰੇ ਕਰ ਦਿੱਤੇ ਗਏ ਨੇ, ਪਰ ਵਿਰੋਧੀ ਇਸ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਇਹ ਘਰ-ਘਰ ਰੁਜ਼ਗਾਰ ਸਿਰਫ ਆਪਣੇ ਹੀ ਚਹੇਤਿਆਂ ਨੂੰ ਦਿੱਤਾ ਜਾ ਰਿਹਾ, ਕਿਉਂਕਿ ਹਾਲ ਹੀ ਦੇ ਵਿੱਚ ਜੋ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦਾ ਚਾਰਜ ਦਿੱਤਾ ਗਿਆ, ਉਸ ਦੇ ਉੱਤੇ ਹੁਣ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸਾਡੇ ਨਾਲ ਫਤਿਹ ਜੰਗ ਬਾਜਵਾ ਹੋਣੀ ਮੌਜੂਦ ਨੇ। ਫਤਿਹ ਜੰਗ ਬਾਜਵਾ ਨਾਲ ਗੱਲਬਾਤ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਇਹਨਾਂ ਦੇ ਮੁੰਡੇ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੀ ਜਾ ਰਹੀ ਸੀ ਤਾਂ ਕੈਬਨਿਟ ਦੇ ਵਿੱਚ 5 ਮੰਤਰੀਆਂ ਨੇ ਇਸ ਦੀ ਖਿਲਾਫਤ ਕੀਤੀ ਸੀ। ਉਹਨਾਂ ਨੇ ਆਵਾਜ਼ ਚੁੱਕੀ ਸੀ ਕਿ ਇਹ ਨੌਕਰੀ ਨਹੀਂ ਦੇਣੀ ਚਾਹੀਦੀ,
ਲੋਕਾਂ ਦੇ ਵਿੱਚ ਇਹ ਮੈਸੇਜ ਆਊਗਾ, ਇਹ ਪਰਸੈਪਸ਼ਨ ਜਾਊਗੀ ਕਿ ਸਿਰਫ ਆਪਣਿਆਂ ਨੂੰ ਹੀ ਇਹ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ, ਆਪਣਿਆਂ ਨੂੰ ਹੀ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ। ਸਾਡੇ ਨਾਲ ਫਤਿਹ ਜੰਗ ਬਾਜਵਾ ਨਹੀਂ ਮੌਜੂਦ ਨੇ। ਬਾਜਵਾ ਸਾਹਿਬ, ਘਰ ਘਰ ਰੁਜ਼ਗਾਰ ਸਿਰਫ ਕਾਂਗਰਸ ਪਾਰਟੀ ਦੇ ਵਿੱਚ ਆਪਣਿਆਂ ਦੇ ਵਾਸਤੇ ਹੀ ਹੈਗਾ ਜਾਂ ਫਿਰ ਲੋਕਾਂ ਵਾਸਤੇ ਵੀ? ਦੇਖੋ ਮੈਂ ਸਮਝਦਾ ਵੀ ਜਦੋਂ ਇਲੈਕਸ਼ਨ ਸਿਰਫ 2 ਮਹੀਨੇ ਦੂਰ ਹੈ, ਕੋਡ ਆਫ ਕੰਡਕਟ ਦਸੰਬਰ ਐਂਡ ਤੱਕ ਲੱਗ ਜਾਣਾ, ਉਸ ਵਕਤ ਕਿਸੇ ਵੀ ਪੋਲੀਟੀਕਲ ਲੀਡਰ ਦੇ ਘਰ ਦੇ ਵਿੱਚ ਨੌਕਰੀ ਦੇਣਾ ਇੱਕ ਬਹੁਤ ਮਾੜੀ ਗੱਲ ਮੈਂ ਸਮਝਦਾ। ਇੱਕ ਉਹੋ ਜਿਹਾ ਤੁਸੀਂ ਮੈਸੇਜ ਦੇਣਾ, ਤੁਸੀਂ ਚੰਨੀ ਸਰਕਾਰ ਕਿੰਨੇ ਵਧੀਆ ਕੰਮ ਕਰ ਰਹੇ ਹੈ, 5-6 ਇਹੋ ਜਿਹੇ ਫੈਸਲੇ ਲਏ ਨੇ ਜਿੱਥੇ ਪੰਜਾਬ ਦੇ ਲੋਕ ਆਸ਼ਸ਼ ਕਰ ਉੱਠੇ ਨੇ। ਇੱਕ ਫੈਸਲਾ ਇਹੋ ਜਿਹਾ ਆ ਜਾਣਾ ਵੀ ਜਿਹੜੇ ਹੋਮ ਮਿਨਿਸਟਰ ਹੈ ਪੰਜਾਬ ਦੇ, ਉਹਨਾਂ ਦੇ ਜਵਾਈ ਨੂੰ ਤੁਸੀਂ ਐਡੀਸ਼ਨਲ ਐਡਵੋਕੇਟ ਜਨਰਲ ਬਣਾ ਰਹੇ ਹੋ, ਤੇ ਇਹ ਕਿੱਡੀ ਮਾੜੀ ਗੱਲ ਹੋ ਸਕਦੀ ਹੈ। ਇਹਦਾ ਬਹੁਤ ਵੱਡਾ ਨੁਕਸਾਨ, ਜਿਹੜੇ 5 ਚੰਗੇ ਕੰਮ ਨੇ, ਇੱਕ ਕੰਮ ਨੇ ਉਹਨਾਂ ਨੂੰ ਓਵਰਸ਼ੈਡੋ ਕਰਨ ਦੀ ਗੱਲ ਹੋ ਗਈ। ਦੇਖੋ ਮੈਂ ਤਾਂ ਇੱਕ ਗੱਲ ਸਿਰਫ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਮੈਂ ਯਾਦ ਕਰਵਾਈ ਹੈ ਵੀ ਜਦੋਂ ਜਿਸ ਵਕਤ ਅਰਜੁਨ ਪ੍ਰਤਾਪ ਬਾਜਵਾ ਨੂੰ DSP ਦੀ ਨੌਕਰੀ ਦਿੱਤੀ ਗਈ ਤੇ ਉਸ ਵਕਤ ਤੁਸੀਂ ਕੈਬਨਿਟ ਦੇ ਵਿੱਚ ਬੜਾ ਰੌਲਾ ਪਾਇਆ ਵੀ ਜੀ ਤੁਸੀਂ MLA ਦੇ ਬੇਟਿਆਂ ਨੂੰ DSP ਦੀ ਨੌਕਰੀ ਦੇ ਰਹੇ ਹੋ। ਮੈਂ ਉਸ ਤੋਂ ਪਹਿਲੇ ਮੈਂ ਕਲੀਅਰ ਕਰ ਦਿੱਤਾ ਸੀ ਵੀ ਮੈਂ ਕੈਬਨਿਟ, ਮੈਂ CM ਸਾਹਿਬ ਨੂੰ ਰਿਕੁਐਸਟ ਕਰਕੇ ਇਹ ਗੱਲ ਕਹੀ ਵੀ ਇਹ ਏਜੰਡਾ ਨਾ ਲੈ ਕੇ ਆਇਓ, ਸਾਡਾ ਪਰਿਵਾਰ ਨੌਕਰੀ ਨਹੀਂ ਚਾਹੁੰਦਾ। ਐਨੀਵੇ CM ਸਾਹਿਬ ਨੇ ਇਹਨਾਂ ਦੇ ਬਿਹੇਵੀਅਰ ਨੂੰ ਵੇਖ ਕੇ ਕੈਬਨਿਟ ਵਿੱਚ ਡਿਸੀਜਨ ਲਿਆ। ਮੈਂ ਨੈਕਸਟ ਡੇ ਹੀ ਚਿੱਠੀ ਲਿਖ ਕੇ ਇਸ ਚੀਜ਼ ਨੂੰ ਕਲੀਅਰ ਕਰਤਾ ਵੀ ਵੀ ਆਰ ਨਾਟ ਰੈਡੀ ਫॉर ਦਿਸ ਜੌਬ। ਅਸੀਂ ਤਾਂ ਠੁਕਰਾਤਾ, ਸਾਰਾ ਕੁਝ ਤਿਆਗਤਾ, ਪਰ ਇੱਕ ਗੱਲ ਉਦੋਂ ਵੀ ਕਹੀ ਵੀ ਕੈਪਟਨ ਸਾਹਿਬ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਡੇ ਬੁੱਕਲ ਦੇ ਸੱਪ ਬੈਠੇ ਨੇ, ਇਹਨਾਂ ਦੇ ਬੇਟਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਚੇਅਰਮੈਨ ਲਾਇਆ, ਕੀ ਉਹ ਅਸਤੀਫਾ ਦੇਣਗੇ? ਜਿਨ੍ਹਾਂ ਨੇ ਇਹਨਾਂ ਰੌਲਾ ਪਾਇਆ ਉਹਨਾਂ ਵਿੱਚ ਇੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੀ। ਉਹਨਾਂ ਨੇ ਆਪਣੇ ਬੇਟੇ ਨੂੰ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਬਣਾਇਆ ਗੁਰਦਾਸਪੁਰ ਦਾ। ਉਹਨਾਂ ਵਿੱਚ ਸੁਖ ਸਰਕਾਰੀਆ ਜੀ ਆਪਣੇ ਭਤੀਜੇ ਨੂੰ ਚੇਅਰਮੈਨ ਲਾਇਆ ਜ਼ਿਲ੍ਹਾ ਪਰਿਸ਼ਦ ਅੰਮ੍ਰਿਤਸਰ ਦਾ। ਕੀ ਉੱਥੇ ਕਾਂਗਰਸ ਦੇ ਵਰਕਰ ਨਹੀਂ ਸੀ? ਆਪਾਂ ਕਾਂਗਰਸ ਦੇ ਵਰਕਰ ਤਾਂ ਹੀ ਹਿਤੈਸ਼ੀ ਉਹਨਾਂ ਨੂੰ ਹੋਏ, ਤਾਂ ਹੀ ਉਹਨਾਂ ਵਿੱਚ ਇਹ ਇੱਕ ਤਰੀਕੇ ਦੀ ਭਾਵਨਾ ਆਈ ਵੀ ਯਾਰ ਇਹ ਤਾਂ ਲੀਡਰ ਸਾਰਾ ਕੁਝ ਹੀ ਆਪਣੇ ਘਰਾਂ ਨੂੰ ਲਈ ਜਾ ਰਹੇ ਨੇ। ਇਸ ਕਰਕੇ ਉਸ ਵਕਤ ਮੈਂ ਜਾਖੜ ਸਾਹਿਬ ਨੂੰ ਵੀ ਕਿਹਾ, ਉਹਨਾਂ ਦਾ ਨੈਫਿਊ ਅਜੇ ਵੀਰ ਸਿੰਘ ਫਾਰਮਰ ਕਮਿਸ਼ਨ ਦਾ ਚੇਅਰਮੈਨ ਸੀ, ਪਰ ਮੈਂ ਜਾਖੜ ਸਾਹਿਬ ਦੀ ਇਸ ਗੱਲ 'ਤੇ ਮੈਂ ਐਪਰੀਸੀਏਸ਼ਨ ਕਰਦਾ ਵੀ ਉਹਨਾਂ ਨੇ 1 ਮਹੀਨੇ ਬਾਅਦ ਆਪਣੇ ਨੈਫਿਊ ਕੋਲ ਅਸਤੀਫਾ ਦਵਾਤਾ। ਇਹ ਜਿਹੜੇ 2 ਵੱਡੇ ਲੀਡਰ ਨੇ, ਜਿਹੜੇ 2 ਵੱਡੇ ਮਿਨਿਸਟਰ ਨੇ, ਜਿਨ੍ਹਾਂ ਦੇ ਪੰਜਾਬ ਦੇ ਗਲਿਆਰਿਆਂ ਦੇ ਵਿੱਚ, ਤਾਕਤ ਦੇ ਗਲਿਆਰਿਆਂ ਵਿੱਚ ਸਾਰੇ ਕੰਮ ਕੀਤੇ, ਪਰ ਆਪਣੇ ਬੱਚਿਆਂ ਨੂੰ ਚੇਅਰਮੈਨੀਆਂ ਦਵਾਈਆਂ, ਕਿਉਂ ਨਹੀਂ ਉਹਨਾਂ ਨੇ ਰਿਜ਼ਾਈਨ ਕੀਤਾ? ਕਿਹੜੀ ਇਹ ਗੱਲ ਸੀ ਵੀ ਉਹ ਚੇਅਰਮੈਨੀ ਤੋਂ ਬਿਨਾਂ ਉਹਨਾਂ ਦੀ ਸ਼ਾਖ ਨੂੰ ਕੋਈ ਢਾਹ ਲੱਗ ਰਹੀ ਸੀਗੀ? ਸਿਰਫ ਇਹ ਵੀ ਜੋ ਕੁਝ ਆਏ ਆਪਣੇ ਘਰ ਨੂੰ ਆਏ, ਉਹ ਅੱਜ ਸੁਖਜਿੰਦਰ ਰੰਧਾਵਾ ਜੀ ਨੇ ਕਰ ਲਿਆ। ਮੈਂ ਪੁੱਛਣਾ ਚਾਹੁੰਦਾ ਵੀ ਕੀ ਇਹ ਹੋਮ ਮਿਨਿਸਟਰ ਸਟੇਟ ਦੇ ਨੇ ਕਿ ਆਪਣੇ ਘਰ ਦੇ ਹੋਮ ਮਿਨਿਸਟਰ ਨੇ? ਵੀ ਜਿਹੜੀ ਚੀਜ਼ ਫੈਸਲਾ, ਕਿਉਂਕਿ ਹੋਮ ਮਿਨਿਸਟਰੀ ਨੇ ਫੈਸਲਾ ਲੈਣਾ, ਉਹ ਲੈ ਕੇ ਤੇ ਕਰ ਲਿਆ ਜੀ। ਰੰਧਾਵਾ ਤਾਂ ਕਹਿ ਰਹੇ ਨੇ ਕਿ ਕਾਬਲੀਅਤ ਦੇ ਹਿਸਾਬ ਦੇ ਨਾਲ ਇਹ ਨਿਯੁਕਤੀ ਹੋਈ ਹੈਗੀ ਹੈ, 500 ਕੇਸਾਂ ਦਾ ਉਹਨਾਂ ਦੇ ਕੋਲ ਤਜਰਬਾ ਹੈਗਾ, ਪ੍ਰੈਕਟਿਸ ਉਹਨਾਂ ਦੀ ਅੱਛੀ ਹੈਗੀ, ਇਸ ਕਰਕੇ ਕਹਿੰਦੇ AG ਦੀ ਰਿਕਮੈਂਡੇਸ਼ਨ ਸੀ, ਕਹਿੰਦੇ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ, AG ਦੀ ਰਿਕਮੈਂਡੇਸ਼ਨ ਕਰਕੇ ਕਹਿੰਦੇ ਨਿਯੁਕਤੀ ਹੋਈ ਹੈ। ਇਹ ਨਿਯੁਕਤੀ ਮੈਂ ਦੱਸਣਾ ਚਾਹੁੰਦਾ ਵੀ ਪਹਿਲੇ ਵੀ ਜਦੋਂ ਕੈਪਟਨ ਸਰਕਾਰ ਸੀ ਉਸ ਵਕਤ ਵੀ ਇਸ ਤਰੁਣਵੀਰ ਸਿੰਘ ਨੇ ਅਪਲਾਈ ਕੀਤਾ ਸੀ ਤੇ ਇਹ ਰਿਜੈਕਟ ਹੋ ਗਿਆ ਸੀ ਇਹਦਾ ਕੇਸ। ਉਦੋਂ ਫਿਰ ਕਿੱਥੇ ਕੇਸਿਸ ਕਿਉਂ ਨਾ ਆਏ? ਕਿਉਂਕਿ ਉਸ ਕ੍ਰਾਈਟੇਰੀਆ ਜੀ ਫੋਲ ਨਹੀਂ ਕਰਦੇ। ਇਹ ਤੇ ਸ਼ੁਕਰ ਕਰੋ ਵੀ AG ਸਾਹਿਬ ਅੱਜ ਰਿਜ਼ਾਈਨ ਕੀਤੇ, ਹੋ ਸਕਦੇ AG ਬਣਾ ਦਿੰਦੇ, ਇਹਨਾਂ ਦਾ ਵਾਸ ਚੱਲਦਾ ਤੇ ਐਡਵੋਕੇਟ ਜਨਰਲ ਬਣਾ ਦਿੰਦੇ। ਪਰ ਬੜੇ ਅਫਸੋਸ ਦੀ ਗੱਲ ਹੈ, ਲੋਕਾਂ ਵੱਲ ਉਂਗਲਾਂ ਕਰਨ ਵਾਲੇ ਇਹ ਭੁੱਲ ਜਾਂਦੇ ਨੇ ਵੀ 3 ਉਂਗਲਾਂ ਉਹਨਾਂ ਵੱਲ ਵੀ ਹੈ ਨੇ। ਮੈਂ ਪਾਰਟੀ ਹਾਈ ਕਮਾਂਡ ਨੂੰ ਰਿਕੁਐਸਟ ਕੀਤੀ ਔਰ ਮੈਂ ਸੋਨੀਆ ਗਾਂਧੀ ਜੀ ਤੇ ਰਾਹੁਲ ਜੀ ਨੂੰ ਚਿੱਠੀ ਵੀ ਲਿਖਾਂਗਾ ਵੀ ਇਹ ਜਿਹੜਾ ਫੈਸਲਾ, ਇਹ ਅਪਾਇੰਟਮੈਂਟ ਹੋਈ ਹੈ, ਇਸ ਨੂੰ ਇਮੀਡੀਏਟਲੀ ਰੱਦ ਕਰਨਾ ਚਾਹੀਦਾ। ਕਿਵੇਂ ਵੇਖਦੇ ਹੈਗੇ ਹੋ ਜਿੱਥੇ
ਜਦੋਂ ਗੱਲ ਕਿਸੇ ਹੋਰ ਦੀ ਆਉਂਦੀ ਹੈਗੀ ਹੈ ਤਾਂ ਫਿਰ ਉਦੋਂ ਨੈਤਿਕਤਾ ਦੀ ਵੀ ਆ ਜਾਂਦੀ ਹੈਗੀ ਹੈ, ਉਦੋਂ ਮੋਰਲ ਵੈਲਿਊਜ਼ ਦੇ ਉੱਤੇ ਸਵਾਲ ਵੀ ਹੁੰਦੇ ਨੇ ਕੈਬਨਿਟ ਦੇ ਵਿੱਚ, ਉਦੋਂ ਲਾਮਬੰਦੀਆਂ ਵੀ ਹੋ ਜਾਂਦੀਆਂ ਨੇ, ਮੰਤਰੀ ਇਕੱਠੇ ਵੀ ਹੋ ਜਾਂਦੇ ਨੇ। ਅੱਜ ਕਿਉਂ ਨਹੀਂ ਕੋਈ ਮੰਤਰੀ ਫਿਰ ਇਸ ਦੇ ਖਿਲਾਫ ਬੋਲਦਾ ਹੋਇਆ ਨਜ਼ਰ ਆ ਰਿਹਾ, ਬਲਕਿ ਹੱਕ ਦੇ ਵਿੱਚ ਆ ਰਹੇ ਨੇ। ਸੰਗਤ ਸਿੰਘ ਗਿਲਜੀਆਂ ਕਹਿ ਰਹੇ ਨੇ ਕਿ ਜੇਕਰ ਕਿਸੇ ਦੀ ਕਾਬਲੀਅਤ ਹੈਗੀ ਹੈ, ਕੋਈ ਪੜ੍ਹਿਆ ਲਿਖਿਆ ਹੈਗਾ, ਤਾਂ ਉਹਨੂੰ ਅਹੁਦਾ ਮਿਲ ਗਿਆ ਤਾਂ ਚੰਗੀ ਗੱਲ ਹੈ। ਇਹਨਾਂ ਦੀ ਕਾਬਲੀਅਤ ਤੋਂ ਵੱਡੀ ਕਾਬਲੀਅਤ ਦੱਸ ਦਈਏ ਤੇ ਫਿਰ ਇਹ ਗੱਲਾਂ ਦੇਖੋ, ਜੇ ਰਲ ਮਿਲ ਰਿਓੜੀਆਂ ਖਾਓਗੇ ਤੇ ਪੰਜਾਬ ਦੇ ਲੋਕ ਵੇਖਣ ਦੇ ਨੇ, ਇਹਦਾ ਫਿਰ ਖਮਿਆਜ਼ਾ ਭੁਗਤਣਾ ਪਊਗਾ, ਭੁਗਤ ਲਿਓ। ਕੀ 2 ਮਹੀਨੇ ਸਬਰ ਨਹੀਂ ਕਰ ਹੁੰਦਾ? ਮੈਂ ਇਹ ਗੱਲ ਕਹਿਣਾ, ਮੈਨੂੰ ਅਫਸੋਸ ਹੈ ਵੀ ਜੇਕਰ ਕੋਈ ਮਿਨਿਸਟਰ ਜਾਂ ਆਪਣੇ ਕੁਲੀਗਸ ਇਸ ਬਾਰੇ ਇਸ ਨੂੰ ਠੀਕ ਕਹਿ ਰਹੇ ਨੇ ਤਾਂ ਫਿਰ ਮੈਂ ਸਮਝਦਾ ਵੀ ਉਹ ਉਹਨਾਂ ਦੀ ਨੀਅਤ 'ਚ ਖੋਟ ਹੈ, ਕੋਈ ਇਹੋ ਜਿਹੀ ਕੋਈ ਗੱਲ ਠੀਕ ਨਹੀਂ ਮੈਨੂੰ ਲੱਗਦੀ। ਬਾਈ ਸਾਹਿਬ, ਚੱਲ ਕੀ ਰਿਹਾ ਵੈਸੇ ਗੁਰਦਾਸਪੁਰ ਦੇ ਵਿੱਚ ਤਸਵੀਰ ਅੱਜ ਵੀ ਇੱਕ ਝਟਕਾ ਆਪਾਂ ਕਹਿ ਸਕਦੇ ਹਾਂ ਕਾਂਗਰਸ ਨੂੰ ਲੱਗਿਆ। ਰਮਨ ਬਹਿਲ ਉਹਨਾਂ ਨੇ ਅਸਤੀਫਾ ਐਸਐਸ ਬੋਰਡ ਦੇ ਚੇਅਰਮੈਨ ਵਜੋਂ ਦਿੱਤਾ। ਹਾਲਾਂਕਿ ਉਹ ਵੀ ਪਰੇਸ਼ਾਨ ਤਾਂ ਸੀਗੇ ਹੀ, ਕਿਉਂਕਿ ਮਾਝਾ ਐਕਸਪ੍ਰੈਸ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਟਿਕਟ ਪਾੜਾ ਉਹਨਾਂ ਨੂੰ ਦਵਾ ਦਿੱਤੀ ਸੀ, ਔਰ ਉਸ ਤੋਂ ਬਾਅਦ ਉਹ ਵੀ ਨਾਰਾਜ਼ ਚੱਲ ਰਹੇ ਸੀਗੇ। ਕੈਪਟਨ ਉਹਨਾਂ ਨੇ ਜ਼ਰੂਰ ਐਡਜਸਟ ਕੀਤਾ, ਹੁਣ ਕੈਪਟਨ ਚਲੇ ਗਏ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿੱਤਾ। ਦੇਖੋ, ਇਹ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ। ਇਹੋ ਚੀਜ਼ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਸ਼ਨੀ ਸੇਖੜੀ ਨਾਲ ਹੁਣ ਕਰ ਰਿਹਾ। ਉਹ ਕਹਿ ਰਹੇ ਥ੍ਰੈਟ ਪਰਸੈਪਸ਼ਨ ਹੈਗੀ ਹੈ ਮੈਨੂੰ। ਨਹੀਂ, ਥ੍ਰੈਟ ਉਹਨਾਂ ਨੂੰ ਹੈ ਹੀ ਹੈ। ਜੇ ਉਹ ਕਹਿ ਰਹੇ ਨੇ ਤੇ ਉਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਤੇ ਅੱਗੇ ਕਿਹਾ ਵੀ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਰਾਈਟ ਹੈਂਡ ਮੈਨ ਨੇ ਮਿਸਟਰ ਬਲਵਿੰਦਰ ਸਿੰਘ ਕੋਟਲਾ ਬਾਮਾ, ਉਹਨਾਂ ਨੂੰ ਪੰਜਾਬ ਦੇ ਚੇਅਰਮੈਨ ਬਣਾਇਆ ਜਨਕੋ ਦਾ 1 ਹਫ਼ਤਾ ਪਹਿਲੇ। ਉਹਨਾਂ ਦੇ ਬ੍ਰਦਰ ਅਵਤਾਰ ਸਿੰਘ ਪੰਨੂ, ਜਿਹੜੀ SFG ਜਿਹਨੂੰ ਤੁਸੀਂ ਇਹ ਕਹਿੰਦੇ ਹੋ, ਜਿਹੜੀ ਖਾਲਿਸਤਾਨੀ ਜਿਹੜੀ ਆਰਗੇਨਾਈਜੇਸ਼ਨ ਹੈ ਕੈਨੇਡਾ, ਇੰਡੀਆ 'ਚ ਬੈਨ ਹੈਗੀ। ਹਾਂ, ਜਿਹੜੀ ਇੰਡੀਆ ਦੇ ਗੁਰਪਤਵੰਤ ਸਿੰਘ ਪੰਨੂ ਜਿਹਦੇ ਪ੍ਰਧਾਨ ਨੇ, ਵਰਲਡ ਵਾਈਡ ਜਿਹੜਾ ਸੈਕਟਰੀ ਜਨਰਲ ਉਹ ਅਵਤਾਰ ਸਿੰਘ ਪੰਨੂ ਹੈ ਤੇ ਉਹਦਾ ਭਰਾ ਹੈ। ਇਹਨੂੰ ਲਿੰਕ ਕਰ ਲਓ, ਕੀ ਬਣਦਾ ਹੈ। NIA ਗਵਰਨਮੈਂਟ ਆਫ ਇੰਡੀਆ ਭੇਜ ਰਹੀ ਹੈ ਕੈਨੇਡਾ ਵੀ ਇਹ ਬੰਦਿਆਂ ਨੂੰ ਬਲੈਕ ਲਿਸਟ ਕਰੋ, ਇਹਨਾਂ ਦੀ ਐਂਟਰੀ ਇੰਡੀਆ ਦੇ ਵਿੱਚ ਬੈਨ ਹੋਣੀ ਚਾਹੀਦੀ ਹੈ। ਕੈਨੇਡਾ ਵਿੱਚ ਇਹ ਆਰਗੇਨਾਈਜੇਸ਼ਨ ਬੈਨ ਹੈ, ਸਿੱਖ ਫॉर ਜਸਟਿਸ ਦੇ। ਉਹ ਆਰਗੇਨਾਈਜੇਸ਼ਨ ਦਾ ਜਿਹੜਾ ਇਹ ਚੇਅਰਮੈਨ ਬਣਾ ਰਿਹਾ ਉਹਨਾਂ ਨੂੰ, ਕਿਉਂ ਨਾ ਅਸ਼ਵਨੀ ਸੇਖੜੀ ਕਹੇਗਾ ਉਹਦੀ ਜਾਨ ਨੂੰ ਖਤਰਾ ਹੈ। ਔਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬਟਾਲੇ 'ਚ ਆ ਕੇ ਓਪਨਿੰਗ ਸੈਰੇਮਨੀਜ਼ ਕਰਨਾ, ਦਖਲ ਦੇਣਾ, ਉਹ ਵੀ ਪੋਲੀਟੀਕਲੀ ਬਿਲਕੁਲ ਗਲਤ ਹੈ। ਦੈਟ ਮੀਨਸ ਉਹਨਾਂ ਦੇ ਪੈਰ ਇੰਨੇ ਕੁ ਉਖੜ ਚੁੱਕੇ ਨੇ ਫਤਿਹਗੜ੍ਹ ਚੂੜੀਆਂ ਤੋਂ ਵੀ ਉਹ ਭੱਜ ਕੇ, ਜਿੱਦਾਂ ਗਿੱਦੜ ਜਦੋਂ ਕਹਿੰਦਾ ਵੀ ਉਹਦੀ ਮੌਤ ਆਉਂਦੀ ਉਹ ਸ਼ਹਿਰ ਨੂੰ ਭੱਜਦਾ, ਤੇ ਇਹ ਤਾਂ ਮੈਂ ਇਹੋ ਹੀ ਸਮਝਦਾ ਵੀ ਗਿੱਦੜ ਬਾਰ-ਬਾਰ ਭੱਜਦਾ ਸ਼ਹਿਰ। ਨਹੀਂ ਕਰਨਾ ਚਾਹੀਦਾ। ਮਾਝਾ ਐਕਸਪ੍ਰੈਸ ਕਰਨਾ ਕੀ ਚਾਹੁੰਦੀ ਹੈਗੀ ਹੈ, ਇਹ ਅਜੇ ਤੱਕ ਤਸਵੀਰ ਸਾਫ਼ ਨਹੀਂ ਹੋਈ ਹੈਗੀ। ਉਹੀ ਮਾਝਾ ਐਕਸਪ੍ਰੈਸ ਹੈਗੀ ਹੈ ਜਿਨ੍ਹਾਂ ਨੇ ਕੈਪਟਨ ਨੂੰ ਲਾਇਆ ਸੀਗਾ, ਔਰ ਉਹੀ ਮਾਝਾ ਐਕਸਪ੍ਰੈਸ ਹੈ ਜਿਨ੍ਹਾਂ ਨੇ ਕੈਪਟਨ ਨੂੰ ਉਤਾਰ ਵੀ ਦਿੱਤਾ। ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਲਗਾਇਆ, ਔਰ ਹੁਣ ਨਵਜੋਤ ਸਿੰਘ ਸਿੱਧੂ ਨਾਲ ਵੀ ਦੂਰੀਆਂ ਨਜ਼ਰ ਆ ਰਹੀਆਂ ਨੇ। ਸਿੱਧੂ ਨਾਲ ਦੂਰੀਆਂ ਦਾ ਕੀ ਕਾਰਨ ਹੈਗਾ? ਸਿੱਧੂ ਵੀ ਹੁਣ ਸਵਾਲ ਹੀ ਖੜੇ ਕਰ ਰਹੇ ਨੇ ਕਿ ਜਿਹੜੇ ਕਹਿੰਦੇ ਸੀ ਕਿ DGP ਸੁਮੇਸ਼ ਸੈਣੀ ਦੇ ਘਰੇ ਡੰਡੇ ਮਾਰ ਕੇ ਆ ਗਏ ਵਾਪਸ, ਕਹਿੰਦੇ ਹੁਣ ਐਕਸ਼ਨ ਕਿਉਂ ਨਹੀਂ ਹੋ ਰਿਹਾ? ਗੱਲ ਇੱਦਾਂ ਹੈ ਵੀ ਜਿਸ ਦਾ ਕਿਰਦਾਰ ਉਹੋ ਜਿਹਾ ਹੋਵੇ, ਲੋਕ ਉਹਨਾਂ ਨੂੰ ਸਬਕ ਸਿਖਾਉਣਗੇ। ਤੁਸੀਂ ਕਿਸੇ ਨੂੰ ਐਕਸਪ੍ਰੈਸ ਨੇ ਕਿਸੇ ਨੂੰ ਤੇ ਡੀਰੇਲ ਕਰਤਾ, ਇਹਨਾਂ ਡੀਰੇਲ ਆਪ ਵੀ ਹੋਣਾ। ਮੈਂ ਤੁਹਾਨੂੰ ਇਹ ਵਾਅਦੇ ਨਾਲ ਕਹਿ ਸਕਦਾ, ਲੋਕ ਜਿਹੜੇ ਨੇ ਨਾ ਇਹ ਵਾਚਦੇ ਹਰ ਚੀਜ਼ ਨੂੰ। ਜਿਹੜਾ ਬੰਦਾ 4.25 ਸਾਲ ਸਾਰਾ ਕੁਝ ਚੂਸ ਕੇ, ਸਾਰੇ ਫਾਇਦੇ ਲੈ ਕੇ ਤੇ ਕਿਸੇ ਦੀ ਪਿੱਠ 'ਚ ਛੁਰਾ ਮਾਰਦਾ ਹੈ, ਤੇ ਦੂਜਾ ਫਿਰ ਜਿਹੜਾ ਜੋ ਆਉਂਦਾ ਉਹਨੂੰ ਜਿਹੜਾ ਚੇਂਜ ਲੈ ਕੇ ਉਹਨੂੰ ਵੀ ਪਿੱਠ 'ਚ ਮਾਰਦਾ ਹੈ, ਤੇ ਫਿਰ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਵੀ ਉਹ ਹੈ ਕਿਹਦੇ ਨੇ। ਕਦੀ ਚੰਨੀ ਸਾਹਿਬ ਦੇ ਨਾਲ ਨਜ਼ਰ ਆਏ? ਮੈਨੂੰ ਗੱਲ ਦਾ ਜਵਾਬ ਦਿਓ। ਇਹ ਉਸੇ ਕੈਬਨਿਟ ਦੇ ਵਿੱਚ ਨੇ, ਕਦੀ ਆਏ ਨਜ਼ਰ ਨਾਲ? ਇਹ ਕਿਸੇ ਨੂੰ ਚੱਲ ਹੀ ਨਹੀਂ ਸਕਦੇ, ਇਹ ਤੇ ਕੁਰਸੀ ਤੇ ਨਿਗਾਹ ਹੀ ਆਪ ਲਾਈ ਬੈਠੇ। ਤੇ ਲੋਕਾਂ ਨੂੰ ਪਤਾ ਲੱਗ ਗਿਆ, ਜਿਸ ਦਾ ਹੱਕ ਬਣਦਾ ਹੋਏ, ਲੋਕ ਜਿਹਨੂੰ ਜਿਤਾ ਕੇ ਭੇਜਣ, ਉਹਦਾ ਹੱਕ ਤੇ ਬਣਦਾ ਹੈ। ਮਹਿਲਾ ਸਾਹਿਬ, ਇੱਕ ਆਖਿਰ ਦੇ ਵਿੱਚ ਵਰਕਰ ਬੜੇ ਕਨਫਿਊਜ਼ ਨਜ਼ਰ ਆ ਰਹੇ ਨੇ। ਕਹਿੰਦੇ ਕਾਂਗਰਸ 'ਚ ਚੱਲ ਕੀ ਰਿਹਾ ਹੈਗਾ? ਸਿੱਧੂ ਇੱਕ ਅਲੱਗ ਡਾਇਰੈਕਸ਼ਨ ਦੇ ਵਿੱਚ ਨੇ, ਚੰਨੀ ਇੱਕ ਅਲੱਗ ਡਾਇਰੈਕਸ਼ਨ ਦੇ ਵਿੱਚ ਨੇ। ਹਾਲਾਂਕਿ ਅੱਜ ਪ੍ਰੈਸ ਕਾਨਫਰੰਸ ਹੋਈ ਹੈਗੀ ਹੈ, ਜਿਹੜਾ ਮੁੱਦਾ ਸਿੱਧੂ ਚੁੱਕ ਰਹੇ ਸੀਗੇ ਉਹ ਵੀ ਚਰਨਜੀਤ ਸਿੰਘ ਚੰਨੀ ਨੇ ਹੱਲ ਕਰ ਦਿੱਤਾ ਹੈਗਾ। AG ਦਾ ਅਸਤੀਫਾ ਅੱਜ ਕੈਬਨਿਟ ਦੇ ਵਿੱਚ ਐਕਸੈਪਟ ਕਰ ਲਿੱਤਾ ਗਿਆ ਹੈਗਾ, ਔਰ DGP ਦੀ ਵੀ ਕਹਿ ਰਹੇ ਨੇ ਕਿ ਜਲਦੀ ਹੀ UPSC ਪੈਨਲ ਦੇ ਆਉਣ ਤੋਂ ਬਾਅਦ ਉਸ ਦੀ ਵੀ ਨਿਯੁਕਤੀ ਹੋ ਜਾਊਗੀ। ਪਰ ਜੋ ਆਪਸ ਦੇ ਵਿੱਚ ਇਹ ਅਲੱਗ-ਅਲੱਗ ਦਿਸ਼ਾਵਾਂ ਨਜ਼ਰ ਆ ਰਹੀਆਂ ਨੇ ਚੰਨੀ ਔਰ ਸਿੱਧੂ ਦੀਆਂ, ਲੱਗਦਾ ਇਹ ਪਾਰਟੀ ਨੂੰ ਨੁਕਸਾਨ ਪਹੁੰਚਾਉਣਗੇ? ਮੈਂ ਆਪਣੀ
ਇਹ ਰਾਏ ਜ਼ਰੂਰ ਦੋਵਾਂ ਭਰਾਵਾਂ ਨੂੰ ਦੇਣਾ ਚਾਹਨਾ ਵੀ ਇਕੱਠੇ ਰਹੋ। ਲੋਕ ਤੁਹਾਡੇ ਵੱਲ ਬੜੀ ਆਸ ਨਾਲ ਤੁਹਾਨੂੰ ਲੈ ਕੇ ਆਏ ਨੇ, ਬੜੀ ਆਸ ਹੈ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ। ਇਕੱਠੇ ਰਹੋਗੇ ਤੇ ਦੁਸ਼ਮਣ ਵੀ ਤੁਹਾਡਾ ਕੋਈ ਬਾਲ ਬੰਗਾ ਨਹੀਂ ਕਰ ਸਕਦਾ। ਜਿੱਦਣ ਤੁਸੀਂ ਇੱਕ ਦੂਜੇ ਨੂੰ ਸਕੋਰ ਸੈਟਲ ਕਰਨੇ ਸ਼ੁਰੂ ਕਰ ਦੋਗੇ ਜਾਂ ਨੀਵਾ ਵਿਖਾਉਣਾ ਸ਼ੁਰੂ ਕਰ ਦੋਗੇ ਤੇ ਫਿਰ ਢਾਈ ਲੱਗਣੀ, ਉਹਦਾ ਫਾਇਦਾ ਕੋਈ ਨਹੀਂ ਹੋਣਾ। ਸੋ ਮੈਂ ਸਮਝਦਾ ਮੁੱਖ ਮੰਤਰੀ ਚੰਨੀ ਜੀ ਬਹੁਤ ਅੱਛੇ ਕੰਮ ਕਰ ਰਹੇ ਨੇ, ਨਵਜੋਤ ਜੀ ਇੱਕ ਪੰਜਾਬ ਦੀ ਗੱਲ ਕਰ ਰਹੇ ਨੇ। ਇਹਨਾਂ ਨੂੰ ਇਕੱਠੇ ਹੋ ਕੇ ਦੇ ਮਸਟ ਫਾਰਮ ਅ ਟੀਮ ਜਿਹੜੀ ਕਿ ਬਣਦੀ ਹੋਈ ਨਜ਼ਰ ਨਹੀਂ ਆ ਰਹੀ। ਕੀ ਲੱਗਦਾ ਰੇੜਕਾ ਵਿੱਚ ਕੌਣ ਪਾਉਣ ਦੀ ਕੋਸ਼ਿਸ਼ ਕਰ ਰਿਹਾ? ਲੱਗਦਾ ਕੋਈ ਇਹਦੇ ਪਿੱਛੇ ਵੀ ਕਿਸੇ ਦੀ ਕੋਈ ਸਾਜ਼ਿਸ਼ ਨਜ਼ਰ ਆ ਰਹੀ ਹੈ, ਜਾਂ ਵਾਕਈ ਤੁਹਾਨੂੰ ਲੱਗਦਾ ਕਿ ਮੁੱਦਿਆਂ ਦੀ ਲੜਾਈ ਹੈ, ਵਿਚਾਰਾਂ ਦੀ, ਮਤਭੇਦਾਂ ਦੀ ਲੜਾਈ ਹੈ? ਤੁਹਾਨੂੰ ਮੈਂ ਦੱਸ ਹੀ ਦਿੱਤਾ, ਇਹਦਾ ਦੱਸ ਲੈਣਾ। ਲੋਕ ਤੇ ਲਾਈ ਬੈਠੇ ਨੇ ਵੀ ਇਹਦੇ ਵਿੱਚ ਕਿਹੜੇ ਗੇਨਰ ਨੇ, ਕੌਣ ਗੇਨ ਕਰਨਾ ਚਾਹੁੰਦੇ ਨੇ ਇਹਨਾਂ ਦੀ ਲੜਾਈ ਵਿੱਚੋਂ। ਕਹਾਣੀ ਇਹ ਹੈ। ਨੁਕਸਾਨ ਤਾਂ ਕਾਂਗਰਸ ਦਾ ਹੋਊਗਾ। ਨੁਕਸਾਨ ਕਾਂਗਰਸ ਦਾ ਦਿਨੋਂ ਦਿਨ ਹੋ ਰਿਹਾ ਸੀ, ਪਰ ਮੈਂ ਸਮਝਦਾ ਅੱਜ ਜਿਹੜੇ ਇਕੱਠੇ ਹੋਏ ਨੇ ਤਾਂ ਦੈਟ ਸ਼ੁੱਡ ਬੀ ਫॉर ਦ ਬੈਟਰਮੈਂਟ ਆਫ ਪੰਜਾਬ। ਪਾਰਟੀ ਦੀ ਵੀ ਬੈਟਰਮੈਂਟ ਹੈ। ਮੈਂ ਤੇ ਇਹ ਕਹਿ ਰਿਹਾ ਵੀ ਇਹ ਇਕੱਠੇ ਹੋਣ, ਮੌਕਾ ਹੀ ਨਹੀਂ ਮਿਲੇਗਾ ਕਿਸੇ ਨੂੰ। ਤੇ ਜਿਹੜੇ ਲੋਕ ਇਸ ਕਿਸਮ ਦੇ ਹੁੰਦੇ ਨੇ ਉਹ ਚਾਹੁੰਦੇ ਨਹੀਂ ਵੀ CM ਸਾਹਿਬ ਤੇ ਪਾਰਟੀ ਪ੍ਰਧਾਨ ਇਕੱਠੇ ਹੋਣ, ਕਿਉਂਕਿ ਉਹਨਾਂ ਦਾ ਦਾ ਲੱਗਦੇ ਨੇ, ਉਹ ਦਾਵਾਂ ਤੇ ਨੇ। ਤੇ ਪਾਰਟੀ ਨੂੰ ਇਹ ਮੇਰੇ ਸਾਹਮਣੇ ਨਾ, ਪਾਰਟੀ ਜਿਹੜੇ ਇੱਥੇ ਅਬਜ਼ਰਵਰ ਬੈਠੇ ਨੇ, ਹਰੀਸ਼ ਚੌਧਰੀ ਜੀ, ਹੀ ਇਜ਼ ਡੂਇੰਗ ਅ ਵੈਰੀ ਗੁੱਡ ਰੋਲ। ਇਹਨਾਂ ਨੂੰ ਸਾਰਾ ਕੁਝ ਠੀਕ, ਕਿਉਂਕਿ ਉਹਨਾਂ ਨੂੰ ਇੱਕ ਇੱਕ ਸੀਟ ਦਾ ਉਂਗਲਾਂ ਤੇ ਪਤਾ ਪੰਜਾਬ ਦੀਆਂ। ਤੇ ਮੈਂ ਸਮਝਦਾ ਵੀ ਟਾਈਮ ਹੈਜ਼ ਕਮ ਜਦੋਂ ਉਹਨਾਂ ਨੇ ਇਹ ਜਿਹੜੀ ਹੈ ਨਾ ਮਾੜੀ ਮੋਟੀ ਕਿਤੇ ਥੋੜ੍ਹੀ ਜਿਹੀ ਮਿਸਅੰਡਰਸਟੈਂਡਿੰਗ ਵੀ ਸੀ, ਉਹ ਦੂਰ ਕੀਤੀ ਹੈ। ਅੱਜ ਫਿਰ ਨਜ਼ਰ ਆਏ ਨੇ ਇਕੱਠੇ, ਬੜੀ ਖੁਸ਼ੀ ਦੀ ਗੱਲ ਹੈ। ਔਰ ਮੈਂ ਸਮਝਦਾ, ਮੈਂ ਵਧਾਈ ਦਿੰਦਾ ਚੰਨੀ ਸਾਹਿਬ ਨੂੰ ਵੀ, ਬਹੁਤ ਅੱਛਾ ਕੰਮ ਕਰ ਰਹੇ ਨੇ। ਔਰ ਨਵਜੋਤ ਹੋਰਾਂ ਨੂੰ ਵੀ ਮੈਂ ਜ਼ਰੂਰ ਇਹ ਗੱਲ ਕਹਾਂਗਾ ਵੀ ਤੁਸੀਂ ਪਾਰਟੀ ਪ੍ਰਧਾਨ ਹੋ, ਪਾਰਟੀ ਹਾਈ ਕਮਾਂਡ ਨੇ ਬੜੀਆਂ ਆਸਾਂ ਨਾਲ ਤੁਹਾਨੂੰ ਇੱਥੇ ਭੇਜਿਆ। ਸੋ ਜਿਹੜੀ ਰਿਸਪੌਂਸਿਬਿਲਿਟੀ 'ਤੇ ਤੁਹਾਨੂੰ ਭੇਜਿਆ ਗਿਆ, ਉਹ ਤੁਸੀਂ ਇਕੱਠੇ ਚੰਗੇ ਹੋ ਕੇ ਨਿਭਾਓ। ਬਹੁਤ ਬਹੁਤ ਧੰਨਵਾਦ ਗੱਲਬਾਤ ਦੇ ਲਈ। ਤਾਂ ਫਤਿਹ ਜੰਗ ਸਿੰਘ ਬਾਜਵਾ ਹੋਣੀ ਖਾਸ ਤੌਰ ਦੇ ਉੱਤੇ ਇਹ ਅਪੀਲ ਕਰ ਰਹੇ ਨੇ ਆਪਣੇ ਕੈਬਨਿਟ ਦੇ ਜੋ ਕੁਲੀਗਸ ਨੇ, ਇਹਨਾਂ ਦੇ ਜੋ ਪਾਰਟੀ ਕੁਲੀਗਸ ਹੈਗੇ ਨੇ, ਕਿ ਇਕੱਠੇ ਰਹੋ। ਔਰ ਨਾਲ ਹੀ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਤਾਂ ਹੀ ਮਜ਼ਬੂਤੀ ਜਿਹੜੀ ਹੈਗੀ ਆ ਉਹ ਪਾਰਟੀ ਦੇ ਵਿੱਚ ਆਊਗੀ। ਸਿੱਧੂ ਹੋਣੀ ਵਧੀਆ ਕੰਮ ਕਰ ਰਹੇ ਨੇ, ਚੰਨੀ ਹੋਣੀ ਵਧੀਆ ਕੰਮ ਕਰ ਰਹੇ ਨੇ, ਪਰ ਮਜ਼ਬੂਤੀ ਤਾਂ ਹੀ ਹੈ ਜਦੋਂ ਇਕੱਠੇ ਚੱਲਣਗੇ। ਕੈਮਰਾ ਪਰਸਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।